ਮਿੰਟੂ ਜੀ, ਗੱਲ ਸ਼ੁਰੂ ਕਰੀਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਫੇਰੀ ਤੇ ਆਏ ਸੀ। ਤੁਸੀਂ ਕੱਲ ਦੱਸਿਆ ਸੀ ਉਹਨਾਂ ਨੇ ਆਉਣਾ ਸੀ। ਮੋਹਾਲੀ ਦੇ ਵਿੱਚ ਕੈਂਸਰ ਹਸਪੀਟਲ ਦਾ ਉਦਘਾਟਨ ਕਰਕੇ ਗਏ ਨੇ। ਹੋਰ ਕੀ ਕੁਝ ਹੋਇਆ ਜੀ ਅੱਜ ਉਹਨਾਂ ਦੀ ਪੰਜਾਬ ਫੇਰੀ ਦੌਰਾਨ? ਹਾਂ, ਬਿਲਕੁਲ ਬੜੀ ਉਡੀਕ ਸੀਗੀ ਤੇ ਲੋਕ ਸ਼ਿੱਦਤ ਦੇ ਨਾਲ ਇਹ ਵੀ ਉਡੀਕਦੇ ਪਏ ਸਨ ਕਿ ਸ਼ਾਇਦ ਕੁਛ ਨਾ ਕੁਛ ਵੱਡਾ ਹੋ ਜਾਏਗਾ। ਤੇ ਇਹਨਾਂ ਵੀ ਵੱਡਾ ਹੋਣ ਦੀ ਕੋਈ ਉਮੀਦ ਵੱਡੀ ਨਹੀਂ ਸੀ ਹੈਗੀ। ਉਹਦਾ ਪਿੱਛੇ ਇੱਕ ਵਜ੍ਹਾ ਆ, ਕਿਉਂਕਿ ਜੇ ਉਹਨਾਂ ਨੇ ਇਸ ਤਰ੍ਹਾਂ ਮਤਲਬ ਕਿ ਕੋਈ ਵੱਡਾ ਪੈਕੇਜ ਹੀ ਐਲਾਨਣਾ ਹੋਵੇ ਤਾਂ ਉਹ ਸੀਐਮ ਸਾਹਿਬ ਦੇ ਨਾਲ ਸਟੇਜ ਸ਼ੇਅਰ ਕਰਕੇ ਥੋੜੀ ਨਾ ਐਲਾਨਣਗੇ। ਐਡੇ ਕਮਲੇ ਨਹੀਂ ਹੈਗੇ ਉਹ। ਸੋ ਇਸ ਕਰਕੇ ਇਹੋ ਜਿਹੀ ਉਮੀਦ ਹੈ ਜ਼ਰੂਰ ਸੀਗੀ, ਪਰ ਐਡੀ ਵੱਡੀ ਉਮੀਦ ਨਹੀਂ ਸੀਗੀ। ਤਾਂ ਉਹਨਾਂ ਨੇ ਉਦਘਾਟਨ ਕੀਤਾ। ਦੋਹਾਂ ਦੀ ਆਪਸ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੇਸ ਵੀ ਲੱਗੀ ਥੋੜੀ ਜੀ, ਸੀਐਮ ਤੇ ਪੀਐਮ ਦੀ। ਉਹਨਾਂ ਨੇ ਮੁਹੱਲਾ ਕਲੀਨਿਕ ਵਾਲਾ ਤੁਹਾਨੂੰ ਪਤਾ ਹੀ ਹੈ ਕਿ ਉਹ ਤਾਂ ਰਾਗ ਆਪਣਾ ਛੱਡਦੇ ਨਹੀਂ, ਆਪੋ ਆਪਣੀ ਡਫਲੀ ਤੇ ਆਪੋ ਆਪਣੇ ਰਾਗ। ਉਹਨਾਂ ਨੇ ਮੁਹੱਲਾ ਕਲੀਨਿਕ ਦਾ ਛੇੜ ਦਿੱਤਾ ਵਿੱਚ, ਕਿਉਂਕਿ ਉਹ ਵੀ ਸਿਹਤ ਨਾਲ ਜੁੜਿਆ ਵਿਸ਼ਾ। ਤਾਂ ਉਹਨਾਂ ਨੇ ਚੱਕ ਕੇ ਇਹ ਗਿਣਾ ਦਿੱਤਾ ਕਿ ਆ ਦੇਖੋ ਜੀ, ਮੰਤਰ ਨੇ ਸਿਹਤ ਵਿਵਸਥਾ ਏਦਾਂ ਥੋੜੀ ਨਾ ਹੋ ਜਾਂਦੀ ਕਿ ਚਾਰ ਕੰਧਾਂ ਖੜੀਆਂ ਕਰ ਦਿੱਤੀਆਂ ਤੇ ਸਿਹਤ ਸਮੱਸਿਆ ਸਾਰੀ ਹੱਲ ਹੋ ਗਈ। ਤੁਹਾਨੂੰ ਪਤਾ ਉਹਨਾਂ ਦੇ ਅੱਗੇ ਵੀ ਫਿਰ ਕੌਣ ਅੜ ਸਕਦਾ ਹੈ ਨਾ। ਦੋਵੇਂ ਹੀ ਸਿਰੇ ਦੇ ਬੁਲਾਰੇ ਨੇ, ਸੀਐਮ ਸਾਹਿਬ ਤੇ ਪੀਐਮ ਸਾਹਿਬ। ਪਰ ਸਿਕਿਉਰਿਟੀ ਬਹੁਤ ਸੀਗੀ ਵਿੱਚ ਜੀ, 7-8 ਹਜ਼ਾਰ ਬੰਦਾ ਦੱਸਦੇ ਆ। ਇੱਥੋਂ ਤੱਕ ਕਿ ਟੀ-ਸ਼ਰਟਾਂ ਤੇ ਫੋਟੋਆਂ ਵੀ ਚੈੱਕ ਹੁੰਦੀਆਂ ਸੀਗੀਆਂ ਕਿ ਕਿਹੜੀ ਫੋਟੋ ਲੱਗੀ ਹੈ। ਅੱਛਾ ਜੀ। ਹੁਣ ਇਹ ਵੀ ਸਿਆਪਾ ਪੈਣ ਵਾਲੀ ਗੱਲ ਹੈ ਨਾ, ਕਿਤੇ ਮਾਈਕਲ ਜੈਕਸਨ ਦੀ ਲੱਗੀ ਹੋਵੇ ਤੇ ਸਮਝ ਕਿਹਨੂੰ ਆਏਗੀ ਕਿ ਕਿਹੜੀ ਫੋਟੋ ਆ, ਕਿਹਦੀ ਫੋਟੋ ਆ। ਖੈਰ, ਇਹ ਤੇ ਸਾਰਾ ਕੁਛ ਜਿਹੜਾ ਹੁਣ ਉਹਨਾਂ ਨੇ ਦੇਖਣਾ ਵੀ ਕਿਹਦੀ ਫੋਟੋ ਇਹਨਾਂ ਨੇ ਅਲਾਉ ਕਰਨੀ ਹੈ, ਕਿਹਦੀ ਨਹੀਂ ਕਰਨੀ ਇਹਨਾਂ ਨੇ। ਦੂਜੀ ਗੱਲ ਜਿਹੜੀ ਉੱਥੇ ਵੇਖਣ ਵਾਲੀ ਸੀਗੀ ਕਿ ਵੇਖੋ ਇਹ ਸਾਰਾ ਕੁਛ ਹੈ ਜਿਹੜਾ ਉਹ ਚੱਲ ਰਿਹਾ ਸੀਗਾ, ਪਰ ਸਭ ਤੋਂ ਇੱਕ ਅਲੋਕਾਰੀ ਜੀ ਗੱਲ ਉੱਥੇ ਵੇਖਣ ਨੂੰ ਵਿਜੇ ਜੀ ਇਹ ਮਿਲੀ ਕਿ ਜਦੋਂ ਜਾਣਾ ਸੀਗਾ ਪ੍ਰਧਾਨ ਮੰਤਰੀ ਨੇ ਤਾਂ 15-20 ਮਿੰਟ ਇੱਕ ਮੀਟਿੰਗ ਕਰਕੇ ਗਏ ਨੇ, ਜਿਹਦੇ ਵਿੱਚ ਤਰੁਣ ਚੁੱਗ ਜਾਂ ਸੁਨੀਲ ਜਾਖੜ, ਬਲਵੀਰ ਸਿੱਧੂ, ਰਾਣਾ ਸੋਢੀ, ਇਹੋ ਜਿਹੇ ਨੇਤਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਗਏ ਨੇ। ਤਾਂ ਸੀਐਮ ਸਾਹਿਬ ਵੇਟਿੰਗ ਹਾਲ ਦੇ ਵਿੱਚ ਖੜੇ ਸੀਗੇ ਜੀ। ਉਹ ਗਾਣਾ ਨਾ ਤੇਰਿਆਂ ਰਾਹਾਂ 'ਚ ਖੜਾ ਰੁੱਖ ਹੋ ਗਿਆ, ਤਾਂ ਇਹ ਉੱਥੇ ਖਲੋਤੇ ਨੇ 15 ਮਿੰਟ। ਉਹ ਬਾਅਦ ਦੇ ਵਿੱਚ ਇਹਨਾਂ ਨਾਲ ਮੀਟਿੰਗ ਕਰਕੇ ਫਿਰ ਉੱਥੋਂ ਨਿਕਲੇ ਨੇ। ਸੋ ਭਾਸ਼ਣਬਾਜ਼ੀ ਹੋਈ ਆ। ਬਾਜ਼ੀਆਂ ਦੇ ਵਿੱਚ ਤੁਹਾਨੂੰ ਪਤਾ ਕ੍ਰੈਡਿਟ ਦੀ ਵੀ ਇੱਕ ਦੌੜ ਲੱਗਦੀ ਆ, ਤਾਂ ਕ੍ਰੈਡਿਟ ਦੀ ਦੌੜ ਇੱਥੇ ਵੀ ਲੱਗ ਪਈ। ਉਹ ਜਿਹੜੇ ਹੈਗੇ ਨੇ ਬਾਜਵਾ ਸਾਹਿਬ, ਉਹ ਕਹਿੰਦੇ ਕਿ ਸਾਨੂੰ ਤੇ ਸੱਦੇ ਹੀ ਨਹੀਂ ਕਿਸੇ ਨੇ, ਸਰਕਾਰ ਨੇ ਬੜੀ ਤੰਗਦਿਲੀ ਵਿਖਾਈ ਹੈ। ਸੁਖਬੀਰ ਸਿੰਘ ਬਾਦਲ ਜੀ ਕਹਿੰਦੇ ਕਿ ਆਹੋ ਗੱਲ ਤੇ ਸਹੀ ਆ। ਕਹਿੰਦੇ ਜੀ ਅਸੀਂ ਤੇ ਸਾਰਾ ਕੰਮ ਕੀਤਾ ਸੀ, ਸੱਦਿਆ ਉਹਨਾਂ ਨੂੰ ਵੀ ਨਹੀਂ। ਮਤਲਬ ਕਿ ਨਾ ਅਕਾਲੀ ਬੁਲਾਏ ਨਾ ਕਾਂਗਰਸੀ ਬੁਲਾਏ। ਕਮਾਲ ਦੀ ਗੱਲ ਇਹ ਆ। ਹਾਲਾਂਕਿ ਉਹਦੇ ਪਿੱਛੇ ਵੀ ਕਾਰਨ ਇਹ ਨਜ਼ਰ ਆਇਆ ਕਿ 100 ਕਾਰਡ ਦਿੱਤਾ ਗਿਆ ਸੀਗਾ। 100 ਕਾਰਡ, ਜਿਵੇਂ ਵਿਆਹ ਵਾਲਾ ਕਾਰਡ ਹੁੰਦਾ, ਇੱਧਰ ਵੀ ਕਾਰਡ ਹੀ ਆਏਗਾ ਨਾ। ਤਾਂ ਉਹ ਕਹਿੰਦੇ ਕਿ ਜੀ ਕਾਰਡ 100 ਸੀ, 100 ਚੋਂ 92 ਕਹਿੰਦੇ ਸਾਡੇ ਘਰੇ ਹੀ ਲੱਗ ਗਏ, 8 ਕੁ ਬਚੇ ਉਹ ਘਰਦਿਆਂ ਦੇ ਨੇੜੇ ਤੇੜੇ ਦੇ ਲੱਗ ਗਏ। ਤਾਂ ਫਿਰ ਜਿਹੜੇ ਦੂਸਰੇ ਵਿਰੋਧੀ ਧਿਰ ਦੇ ਨੇਤਾ ਜਾਂ ਵਿਰੋਧੀ ਧਿਰ ਦੇ ਜਿਹੜੇ ਪਾਰਟੀ ਦੇ ਪ੍ਰਧਾਨ ਆ, ਉਹਨਾਂ ਨੂੰ ਕਿਹਨੇ ਬੁਲਾਉਣਾ ਸੀਗਾ? ਤੇ ਮੋਦੀ ਸਾਹਿਬ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਥੋੜੇ ਨਾਰਾਜ਼ ਜੇ ਲੱਗਦੇ ਆ। ਨਹੀਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਬੁਲਾ ਸਕਦੇ ਸਨ, ਪੁਰਾਣੇ ਮਿੱਤਰ ਸੀਗੇ ਕਿਸੇ ਟਾਈਮ ਦੇ। ਤਾਂ ਇਹਨਾਂ ਨੂੰ ਵੀ ਨਹੀਂ ਆਖਿਆ ਗਿਆ, ਨਾ ਕੇਂਦਰ ਬੰਨਿਓ ਤੇ ਨਾ ਸੂਬੇ ਬੰਨਿਓ। ਵੈਸੇ ਮੇਰਾ ਮੰਨਣਾ ਇਹ ਆ ਕਿ ਵਿਜੇ ਜੀ, ਜੇ ਥੋੜੀ ਫਰਾਕ ਦਿਲੀ ਵਿਖਾਉਣੀ ਸਿੱਖ ਜਾਣ ਸਾਡੇ ਰਾਜਨੀਤਿਕ ਬੰਦੇ ਤਾਂ ਠੀਕ ਹੋਏਗਾ ਕਿ ਘੱਟੋ ਘੱਟ ਵਿਰੋਧੀ ਧਿਰ ਦਾ ਨੇਤਾ ਹੀ ਸੱਦ ਲਓ ਇਸ ਮੌਕੇ ਤੇ। ਵੈਸੇ ਤੇ ਮੇਰੇ ਖਿਆਲ ਦੇ ਨਾਲ ਜਿੱਥੇ 100 ਕਾਰਡ ਗਿਆ ਉੱਥੇ 137 ਮੰਗ ਲਓ, 37 ਐਕਸਟਰਾ ਲੈ ਲਓ, ਕਿਉਂਕਿ 117 ਆਪਣੇ ਹੈਗੇ ਨੇ ਐਮਐਲਏ, 13 ਐਮਪੀ ਤੇ 7 ਰਾਜ ਸਭਾ ਦੇ ਮੈਂਬਰ। ਰਾਈਟ। ਸੋ 137 ਤੇ ਉਹ ਲੈ ਲਓ, ਸਾਰਿਆਂ ਨੂੰ ਖੁਸ਼ ਕਰ ਦਿਓ, ਸਾਰੇ ਹੀ ਬੁਲਾ ਲਓ। ਇਸ ਕਰਕੇ ਕਿਉਂਕਿ ਸਾਰੇ ਹੀ ਪੰਜਾਬ ਦੇ ਨੁਮਾਇੰਦੇ ਆ। ਪਰ ਉੱਥੇ ਭਾਸ਼ਣਬਾਜ਼ੀ ਅੱਛੀ ਹੋਈ ਆ। ਇਸ ਤੋਂ ਇਲਾਵਾ ਜੇ ਦੇਖੀਏ ਤਾਂ ਉੱਥੇ ਕੱਟ ਨੂੰ ਲੈ ਕੇ ਵੀ ਕਾਫੀ ਚਰਚੇ ਸੀ ਕਿ ਇੰਨਾ। ਚਲੋ ਉਹ ਤੇ ਆਪਾਂ ਹੁਣ ਮੇਜਰਮੈਂਟ ਨਹੀਂ ਕਰਦੇ ਕਿ ਕਿੰਨਾ ਇਕੱਠ ਹੈ ਕਿੰਨਾ ਨਹੀਂ। ਪਰ ਸਭ ਤੋਂ ਵੱਡੀ ਗੱਲ ਇਹ ਵੀ ਵੇਖਣ ਵਾਲੀ ਸੀਗੀ ਕਿ ਕੁਛ ਇਸ ਤਰ੍ਹਾਂ ਦੀਆਂ ਰਿਪੋਰਟਾਂ ਸਨ ਕਿ ਇਹ ਜਿਹੜੇ ਲਿਆਂਦੇ ਗਏ ਇਕੱਠ ਦੇ ਵਿੱਚ ਲੋਕ, ਉਹ ਜਿਵੇਂ ਨਰੇਗਾ ਸਕੀਮ ਚੋਂ ਜਾਂ ਟੀਚਰ ਵਗੈਰਾ, ਇਹਨਾਂ ਨੂੰ ਵੀ ਦੱਸਿਆ ਜਾ ਰਿਹਾ ਕਿ ਭਾਜਪਾ ਦੇ ਜਿਹੜੇ ਆਗੂ ਸੀ ਸਥਾਨਕ, ਉਹ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਦੇ ਸਾਹਮਣੇ ਜਿਹੜੀ ਹੈ ਨਾ ਉਹ ਥੋੜੀ ਹਾਜ਼ਰੀ ਭਰਵੀਂ ਹੋਵੇ। ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਫਿਰੋਜ਼ਪੁਰ ਦੇ ਵਿੱਚ ਕਿੱਦਾਂ ਉਹ ਖਾਲੀ ਪੰਡਾਲ, ਉਹ ਖਾਲੀ ਕੁਰਸੀ ਹਿਣਕਦੀ ਉੱਤੇ ਨਾ ਦਿਸਣ ਸਰੀਰ। ਜਿਵੇਂ ਰਣਜੀਤ ਕੌਰ ਦਾ ਗਾਣਾ ਸੀ ਨਾ, ਖਾਲੀ ਘੋੜੀ ਹਿਣਕਦੀ ਉੱਤੇ ਨੀ ਰੀਦਾ ਵੀਰ, ਤੇ ਉਦੋਂ ਲੋਕਾਂ ਨੇ ਗਾਣਾ ਬਣਾ ਲਿਆ ਸੀਗਾ ਕਿ ਖਾਲੀ ਕੁਰਸੀ ਹਿਣਕਦੀ ਉੱਤੇ ਨਾ ਦਿਸੇ ਸਰੀਰ। ਸੋ ਇਸ ਤਰ੍ਹਾਂ ਦੀ ਸੂਰਤ ਹਾਲ ਐਤਕੀ ਨਹੀਂ ਸੀਗੀ। ਸਗੋਂ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਉਦੋਂ ਆਏ ਸੀ ਕਿ ਖੇਦ ਹੈ ਜੀ, ਹੁਣ ਸਾਰੇ ਪੰਜਾਬ ਨੇ ਤੁਹਾਡਾ ਵੈਲਕਮ ਕੀਤਾ। ਪੰਜਾਬ ਵੈਲਕਮ ਕਰਦਾ ਜ਼ਰੂਰ ਰਹਿ ਗਿਆ, ਪਰ ਇੰਤਜ਼ਾਰ ਲੰਬਾ ਹੋ ਗਿਆ ਕਿ ਸ਼ਾਇਦ ਪੰਜਾਬ ਨੂੰ ਕੁਝ ਦਿੱਤਾ ਜਾਏਗਾ। ਤਾਂ ਦਿੱਤਾ, ਕੈਂਸਰ ਹਸਪਤਾਲ ਜ਼ਰੂਰ ਇਹਨਾਂ ਨੇ ਦਿੱਤਾ,
ਪਰ ਕੈਂਸਰ ਹਸਪਤਾਲ ਦੀ ਕ੍ਰੈਡਿਟ ਦੀ ਲੜਾਈ ਦਾ ਇੱਕ ਸੱਚ ਇਹ ਆ ਕਿ ਇਹ ਮਨਮੋਹਨ ਸਿੰਘ ਸਰਕਾਰ ਵੇਲੇ ਨੀਂਹ ਪੱਥਰ ਤੋਂ ਸ਼ੁਰੂ ਹੋਇਆ ਸੀ। ਇਹਨਾਂ ਦੇ ਕਾਰਜਕਾਲ ਦੇ ਦੌਰਾਨ ਇਹ ਨੇਪਰੇ ਚੜਿਆ ਤੇ ਉਦਘਾਟਨ ਪ੍ਰਧਾਨ ਮੰਤਰੀ ਨੇ ਕੀਤਾ। ਹੁਣ ਸਿਹਰੇ ਦੇ ਵਿੱਚ ਸਿਰ ਜਿਹਨੇ ਵਾੜਨਾ ਫਸਾਈ ਚਲੋ, ਕੋਈ ਚੱਕਰ ਨਹੀਂ ਹੈਗਾ ਜੀ। ਅੱਛਾ, ਇਹ ਦੱਸਿਓ ਮਿੰਟੂ ਜੀ, ਸੋਸ਼ਲ ਮੀਡੀਆ ਤੇ ਬੜੀ ਇੱਕ ਗੱਲ ਕਾਫੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸਿੰਗਰ ਇੰਦਰਜੀਤ ਨਿੱਕੂ ਦੇ ਪਿੱਛੇ ਬਹੁਤ ਲੋਕ ਪੈ ਗਏ ਨੇ। ਉਹ ਕਿਸੇ ਡੇਰੇ ਵਾਲੇ ਬੰਦੇ ਕੋਲ ਚਲੇ ਗਏ, ਚਲੋ ਬਾਬਾ ਕਹਿ ਲਓ, ਬੰਦਾ ਉਹ ਯੰਗ ਜਿਹਾ ਹੀ ਆ, ਪਰ ਉਹ ਕੋਈ ਪੁੱਛਾਂ ਦੇਣ ਵਾਲਾ ਉਹਦੇ ਕੋਲ ਪਹੁੰਚ ਗਏ ਤੇ ਉਸ ਨੂੰ ਲੈ ਕੇ ਇੰਦਰਜੀਤ ਨਿੱਕੂ ਦੀ ਬਹੁਤ ਜ਼ਿਆਦਾ ਆਲੋਚਨਾ ਹੋ ਰਹੀ ਹੈ। ਪਹਿਲਾਂ ਖਰੇ ਉਹਨਾਂ ਨੇ ਮਾਸਕ ਪਾਇਆ ਹੋਇਆ ਸੀ, ਉਹ ਬਾਬੇ ਨੇ ਕਿਹਾ ਮਾਸਕ ਲਾ ਕੇ ਆਪਣਾ ਚਿਹਰਾ ਦਿਖਾਓ, ਫਿਰ ਪਤਾ ਲੱਗਾ ਵੀ ਇਹ ਤੇ ਇੰਦਰਜੀਤ ਨਿੱਕੂ ਨੇ। ਉਹ ਕੀ ਵਿਵਾਦ ਬਣਿਆ ਜੀ ਸਾਰਾ, ਕਿੱਥੇ ਖੜੀ ਗੱਲ ਹੁਣ? ਨਹੀਂ, ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਉਹ ਮੋਢਾ ਜਿਹਾ ਆਖ ਦਿੱਤਾ ਹੈ, ਉਹ ਤੇ ਬੜੀ ਆਈਟਮ ਆ। ਉਹ ਤੇ ਲੰਡਨ ਦੇ ਵਿੱਚ ਇਸ ਤਰ੍ਹਾਂ ਦਾ ਦਰਬਾਰ ਲਾ ਕੇ ਆਇਆ, ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ। ਅੱਛਾ ਜੀ, ਨਰਿੰਦਰ ਸ਼ਾਸਤਰੀ ਆ ਉਹਦਾ ਨਾਮ। ਅੱਛਾ ਜੀ, ਹਾਂਜੀ। ਉੱਥੇ ਤੇ ਮੈਨੂੰ ਇੱਕ ਕਿਸੇ ਨੇ ਦੱਸਿਆ, ਇੱਕ ਕਮੈਂਟ ਕਰਕੇ, ਉਹ ਕਹਿੰਦੇ ਜੀ ਕਿ ਇਹ ਤੇ ਉੱਥੇ ਤੇ ਪੁਲਿਸ ਵਾਲੇ ਵੀ ਹਾਜ਼ਰੀ ਭਰਦੇ ਦੇਖੇ ਗਏ ਤੇ ਦੇਵਿਆ ਦਰਬਾਰ 'ਚ। ਮੈਂ ਕਿਹਾ ਕਰ ਲੋ ਗੱਲ। ਹੁਣ ਇਹ ਕਸਰ ਰਹਿ ਗਈ ਸੀ ਤੇ ਉਹ ਵੀ ਪੂਰੀ ਹੋ ਗਈ। ਇਹ ਨਰਿੰਦਰ ਸ਼ਾਸਤਰੀ ਹੈ, ਗੂਗਲ ਕਰੋਗੇ ਸਾਰਾ ਕੁਝ ਆ ਜਾਣਾ ਸਾਹਮਣੇ। ਨਰਿੰਦਰ ਸ਼ਾਸਤਰੀ ਦੀਆਂ ਬੜੀਆਂ ਉੱਚੀਆਂ ਨੇ ਗੱਲਾਂ। ਇਹ ਹੀ ਕਹਿੰਦਾ ਸੀ, ਕਹਿੰਦਾ ਥੋੜੇ ਪੈਸੇ ਆ ਲੈਂਦੇ, ਮੈਂ ਵੀ ਬਲਡੋਜ਼ਰ ਲੈਣਾ, ਕਿਉਂਕਿ ਹਿੰਦੁਸਤਾਨ ਸਨਾਤਨੀਆਂ ਦਾ ਵੇਨੇ ਕਿਹੜਾ ਪੱਥਰ ਸੁੱਟੂਗਾ, ਜਿਹੜਾ ਪੱਥਰ ਸੁੱਟੂਗਾ ਉਹਦੇ ਘਰ ਤੇ ਬਲਡੋਜ਼ਰ ਚੱਲੇਗਾ। ਇਸ ਤਰ੍ਹਾਂ ਦਾ ਨਖਾਫਣਾ ਹੈ। ਸੋ ਇਹ ਗੱਲਾਂ ਕੱਲੀਆਂ ਪੁੱਛਾ ਨਹੀਂ ਦਿੰਦਾ, ਇਹ ਤੇ ਬਹੁਤ ਕੁਝ ਦੇਣ ਨੂੰ ਫਿਰਦਾ ਜੇ। ਤਾਂ ਖੈਰ ਦੇਖੋ, ਗੱਲ ਕੀ ਹੈ ਕਿ ਇਧਰਲੇ ਪਾਸੇ ਤਾਂ ਨਿੱਜੀ ਮਾਮਲਾ ਹੈ, ਕੋਈ ਕਿੱਥੇ ਜਾਂਦਾ ਹੈ। ਦੇਖੋ ਗੱਲ ਕੀ ਹੈ ਕਿ ਵਿਜੇ ਜੀ, ਜਦੋਂ ਬੰਦਾ ਟੁੱਟ ਜਾਂਦਾ ਹੈ ਨਾ ਜੀ, ਜਦੋਂ ਬੰਦਾ ਟੁੱਟ ਜਾਂਦਾ ਹੈ, ਦੋ ਚੀਜ਼ਾਂ ਨੇ ਇਹਦੇ 'ਚ। ਇੱਕ ਤਾਂ ਚਲੋ ਠੀਕ ਆ ਕਿ ਤੁਹਾਡਾ ਧਰਮ ਹੁੰਦਾ, ਤੁਹਾਡੀਆਂ ਮਾਨਤਾਵਾਂ ਹੁੰਦੀਆਂ, ਪਰ ਆਰਟਿਸਟ ਲੋਕ ਠੀਕ ਆ ਕਿ ਆਰਟਿਸਟ ਲੋਕ ਹੁੰਦੇ ਵੀ ਹੈ, ਇਹ ਨਹੀਂ ਹੈ ਕਿ ਉਹ ਧਰਮ ਤੋਂ ਜ਼ਿਆਦਾ ਪਰੇ ਹੋ ਜਾਂਦੇ। ਪਰ ਬਹੁਤੇ ਆਰਟਿਸਟ ਤੁਹਾਨੂੰ ਪਤਾ ਜਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਆ, ਉਹਦੇ ਵਿੱਚ ਹੁਣ ਚਲੋ ਇਹ ਨਿੱਜੀ ਆਜ਼ਾਦੀ ਦਾ ਮਸਲਾ ਹੈ, ਕਿਸੇ ਨੂੰ ਖੋਲਿਆ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਮੈਂ ਉਸ ਚੱਕਰ 'ਚ ਨਹੀਂ ਪੈਂਦਾ। ਪਰ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਇਹ ਆ ਕਿ ਇੰਦਰਜੀਤ ਨਿੱਕੂ ਉੱਥੇ ਗਿਆ ਤੇ ਗਿਆ ਕਾਤੋਂ, ਕਿਉਂਕਿ ਉਹ ਆਪ ਹੀ ਤਾਂ ਦੱਸਣ ਡਿਆ ਸਾਰਾ ਕੁਝ ਕਿ ਬਾਈ ਕੰਮਕਾਰ ਦੇ ਵਿੱਚ ਮੰਦਾ ਹੈ, ਤੇਰੀ ਗਾਇਕੀ ਕਿਸੇ ਨੇ ਬੰਨ ਦਿੱਤੀ ਆ। ਉਹ ਗਾਇਕੀ ਨਹੀਂ ਵੱਜਦੀ ਹੁੰਦੀ, ਸੁਰਾਂ 7 ਨੇ ਜੀ, 7 ਸੁਰਾਂ ਆ। ਉਹਦੇ ਤੋਂ ਹੀ ਲਤਾ ਮੰਗੇਸ਼ਕਰ ਨਿਕਲੀ ਆ, ਉਹਦੇ ਤੋਂ ਹੀ ਰਫੀ ਨਿਕਲਿਆ, ਉਹ 7 ਸੁਰਾਂ ਹੀ ਨੇ ਸਾਰੇ ਦੇ ਕੋਲੇ ਜੀ। ਇਹ ਗਾਇਕੀ ਕੌਣ ਬਣ ਸਕਦਾ ਹੈ? ਤੇ ਮੇਰੇ ਵਰਗਾ ਬਾਥਰੂਮ ਸਿੰਗਰ ਵੀ ਭਾਵੇਂ ਉੱਥੇ ਗਾਈ ਜਾਵੇ, ਕੋਈ ਨਹੀਂ ਪੁੱਛਦਾ। ਸੁਰਾਂ 7 ਹੀ ਨੇ, ਉਹਦੇ ਚੋਂ ਕੋਈ ਪੰਚਮ ਨਿਕਲਿਆ, ਉਹਦੇ ਚੋਂ ਕੋਈ ਰਵਿੰਦਰ ਜੈਨ ਨਿਕਲਿਆ ਜੀ, ਕੋਈ ਨਿਕਲਿਆ, ਕੋਈ ਨਿਕਲਿਆ। ਸੋ ਇਹ ਗੱਲਾਂ ਨੇ ਐਵੇਂ, ਚਲੋ ਪਰ ਇਹ ਤਰਕ ਵਿਤਰਕ ਚੱਲਦੇ ਰਹਿਣੇ ਆ। ਸੋ ਗੱਲ ਇਹ ਆ ਕਿ ਹੁਣ ਉਸ ਤੋਂ ਬਾਅਦ ਇੰਦਰਜੀਤ ਨਿੱਕੂ ਇੱਕ ਵਾਰੀ ਫਿਰ ਸੁਰਖੀਆਂ 'ਚ ਆ ਗਏ ਤੇ ਨਾਲ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਔਖੇ ਵੇਲੇ ਦੇ ਵਿੱਚ ਕੁਝ ਅੱਗੇ ਹੱਥ ਵੀ ਆਏ ਇਮਦਾਦ ਵਾਸਤੇ। ਦਿਲਜੀਤ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਹੈ। ਉਹਨੇ ਕਿਹਾ ਕਿ ਵੀਰੇ, ਤੁਹਾਨੂੰ ਵੇਖ ਕੇ ਬਹੁਤ ਸਾਰੇ ਨੌਜਵਾਨਾਂ ਨੇ ਪੱਗ ਬੰਨਣੀ ਸਟਾਰਟ ਕੀਤੀ, ਉਹਨਾਂ 'ਚੋਂ ਮੈਂ ਵੀ ਇੱਕ ਜੀ। ਅਗਲੀ ਫਿਲਮ ਦੀ ਇਹ ਆਫਰ ਹੈ ਕਿ ਗਾਣਾ ਤੁਸੀਂ ਕਰੋਗੇ। ਦੇਖੋ, ਇੱਕ ਬਹੁਤ ਵੱਡੀ ਗੱਲ ਹੈ, ਜੇ ਦਲਜੀਤ ਵਰਗੇ ਸਟਾਰ ਦੇ ਨਾਲ ਕੋਈ ਬੰਦਾ ਗਾਣਾ ਕਰ ਲਵੇ ਫਿਲਮ ਦੇ ਵਿੱਚ, ਤੇ ਕੀ ਕਸਰ ਬਾਕੀ ਹੈ? ਸਭ ਕੁਝ ਮਿਲ ਜਾਏਗਾ। ਸਭ ਕੁਝ ਤੇ ਇੱਥੇ ਹੀ ਪਿਆ ਸੀਗਾ, ਉਹ ਕਿੱਧਰ ਤੋਂ ਤੁਰਿਆ ਫਿਰਦਾ ਇੰਦਰਜੀਤ ਨਿੱਕੂ? ਮਤਲਬ ਕਿ ਉੱਥੇ ਧਾਮ ਤੇ ਜਾ ਕੇ ਦਿਵਿਆ ਦਰਬਾਰ ਕਹਿੰਦੇ ਆ। ਅਸਲ 'ਚ ਮੈਂ ਤੁਹਾਨੂੰ ਇੱਕ ਉਹਦੀ ਹਿਸਟਰੀ ਵੀ ਦੱਸ ਦੇਵਾਂ। ਇਹਦਾ ਦਾਦਾ ਵੀ ਉਹ ਪੁੱਛਾਂ ਦਿੰਦਾ ਸੀਗਾ, ਨਰਿੰਦਰ ਸ਼ਾਸਤਰੀ ਦਾ। ਇਹਦਾ ਪਿਓ ਵੀ ਦਿੰਦਾ ਸੀ ਪੁੱਛਾਂ। ਜੱਦੀ ਪੁਸ਼ਤੀ ਕਮੇ ਤੇ ਭੁੱਖੇ ਮਰਦੇ ਸਨ। ਹੋਇਆ ਕਿ ਫੇਸਬੁੱਕ ਦੇ ਬੰਦੇ ਤਾਰੇ ਵੀ ਬੜੇ ਆ, ਇਹਨੇ ਚੱਕ ਕੇ ਤੇ ਉਹ ਜਿਹੜਾ ਪੁੱਛਾਂ ਵਾਲਾ ਕੰਮ ਸੀ ਤੇ ਉਹ ਫੇਸਬੁੱਕ ਤੇ ਪਾਉਣਾ ਸਟਾਰਟ ਕਰ ਦਿੱਤਾ। ਮੈਨੂੰ ਲੱਗਦਾ ਇੰਦਰਜੀਤ ਨਿੱਕੂ ਤੱਕ ਵੀ ਪਹੁੰਚ ਤਾਂ ਹੀ ਬਣੀ ਆ। ਤੇ ਉਹ ਹੌਲੀ ਚੱਲ ਫਿਰ ਤੁਹਾਨੂੰ ਪਤਾ ਹੀ ਆ, ਦੁਨੀਆ ਤਾਂ ਮਗਰ ਲੱਗ ਜਾਂਦੀ ਹੈ। ਦੁਨੀਆ ਤਾਂ ਕਹਿੰਦੇ ਲੁੱਟਣ ਖੋਣੋਂ ਪਈ ਆ। ਤਾਂ ਬਸ ਇੱਥੋਂ ਹੀ ਇਹਦੀ ਖੇਡ ਚੱਲੀ ਆ। ਇਹਦੇ ਕੋਲ ਤੇ ਰੋਟੀ ਖਾਣ ਜੋਗੀ, ਆਪ ਹੀ ਕਹਿੰਦਾ ਹੁੰਦਾ ਇੰਟਰਵਿਊ ਦੇ ਵਿੱਚ ਕਿ ਮੇਰੇ ਕੋਲ ਤੇ ਰੋਟੀ ਖਾਣ ਜੋਗੀ ਔਕਾਤ ਨਹੀਂ ਸੀ ਹੈਗੀ। ਹੁਣ ਲੋਕਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਟੁੱਟੇ ਹੋਏ ਲੋਕ, ਉਹਨਾਂ ਨੂੰ ਮੁੱਛੀ ਜਾਂਦਾ। ਗੱਲ ਇਹ ਆ ਕਿ ਹੁਣ ਇੰਦਰਜੀਤ ਨਿੱਕੂ ਵਾਸਤੇ ਰਣਜੀਤ ਬਾਵਾ ਵੀ ਮੇਰੇ ਖਿਆਲ ਦੇ ਨਾਲ ਇੱਕ ਪਾਈ ਬੈਠਾ ਸੀ ਪੋਸਟ। ਇੱਕ ਬਲਰਾਜ ਆ ਸਿੰਗਰ, ਬਹੁਤ ਅੱਛਾ ਸਿੰਗਰ ਆ, ਉਹਨੇ ਵੀ ਕਿਹਾ ਜਿਹੜੇ ਟ੍ਰੋਲ ਕਰ ਰਹੇ ਆ ਉਹਨਾਂ ਨੂੰ ਵਰਜਿਆ ਵੀ ਆ ਕਿ ਦੇਖੋ ਔਖਾ ਸਮਾਂ ਕਿਸੇ ਤੇ ਵੀ ਆ ਸਕਦਾ ਤੇ ਔਖੇ ਸਮੇਂ 'ਚ ਕੋਈ ਕਿਤੇ ਵੀ ਜਾ ਸਕਦਾ ਜੀ, ਕਿਉਂਕਿ ਢੋਈ ਲੱਭਦਾ ਬੰਦਾ। ਪਰ ਮੇਰੇ ਖਿਆਲ ਦੇ ਨਾਲ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਇੰਦਰਜੀਤ ਨਿੱਕੂ ਨੂੰ ਇੰਨੀ ਜਲਦੀ ਹਿੰਮਤ ਨਹੀਂ ਹਾਰਨੀ ਚਾਹੀਦੀ। ਮੈਂ ਇੰਦਰਜੀਤ ਨਿੱਕੂ ਨੂੰ ਵਿਜੇ ਜੀ ਉਦੋਂ ਤੋਂ ਜਾਣਦਾ ਜਦੋਂ ਤਾਂ ਨਸ਼ਾ ਜਵਾਨੀ ਦਾ ਕੈਸਟ ਆਈ ਸੀ ਪਹਿਲੀ। ਤਾਂ ਉਸ ਤੋਂ ਬਾਅਦ ਚੰਨਾ ਵੇ ਹੋ ਗਈ, ਉਹ ਇਸ ਤਰ੍ਹਾਂ ਦੇ ਕਰਕੇ ਨਾ ਗਾਣਾ ਸੀਗਾ ਉਹਦਾ, ਫਿਰ ਇਹ ਬਹੁਤ ਹਿੱਟ ਹੋਇਆ ਉੱਥੋਂ ਜੀ।
ਬਹੁਤ ਹਿੱਟ ਹੋਇਆ। ਨਸੀਬੋ ਚੇਤੇ ਕਰਦੀ ਆ, ਫਿਰ ਤੇ ਸਿੰਘ ਇਜ਼ ਕਿੰਗ, ਮੁਮਤਾਜ਼ ਬੇਵਫਾ, ਬਹੁਤ ਹਿੱਟ ਗਾਣੇ ਦਿੱਤੇ ਨੇ ਇੰਦਰਜੀਤ ਨਿੱਕੂ ਮੋਟਰ ਵਾਲੇ ਜਿੰਦੇ ਦੀ ਹਾਲੇ ਜਿਹੜੀ ਉਹ ਇੰਦਰਜੀਤ ਨਿੱਕੂ ਚ ਬਹੁਤ ਕੁਝ ਪਿਆ। ਉਹ ਫਿਲਮਾਂ ਚ ਜਾਣ ਕਰਕੇ ਆਪਣਾ ਐਵੇਂ ਟਾਈਮ ਬਰਬਾਦ ਕੀਤਾ। ਹਾਲੇ ਵੀ ਗਾਇਕੀ ਵੱਲ ਪਰਤਨ ਤਾਂ ਬਹੁਤ ਕੁਝ ਆ। ਬਾਕੀ ਕਹਿੰਦੇ ਨਾ ਕਿ ਦੁਨੀਆ 'ਚ ਦੋ ਬਹੁਤ ਵੱਡੇ ਯੋਧੇ ਆ, ਇੱਕ ਹੁੰਦਾ ਡਰਾਮਾ, ਇੱਕ ਹੁੰਦਾ ਵਕਤ। ਵਕਤ ਬਹੁਤ ਵੱਡੇ ਵੱਡੇ ਖਿਡਾਰੀਆਂ ਨੂੰ ਢੇਗ ਦਿੰਦਾ ਹੈ, ਪਰ ਜਿਹੜਾ ਠੰਮਾ ਹੁੰਦਾ ਹੈ ਨਾ, ਉਹ ਵਕਤ ਦੇ ਨਾਲ ਲੜਨ ਦੀ ਤੁਹਾਨੂੰ ਬਹੁਤ ਜ਼ਿਆਦਾ ਸ਼ਕਤੀ ਦਿੰਦਾ ਹੈ। ਦੋਵੇਂ ਆਪਸ ਦੇ ਵਿੱਚ ਕਈ ਵਾਰ ਟਕਰਾਉਂਦੇ ਵੀ ਨੇ, ਪਰ ਦੋਨੇ ਬਹੁਤ ਕਹਿ ਲੋ ਕਿ ਬਹੁਤ ਯੋਧੇ ਵੱਡੇ ਆ। ਸੋ ਦੋਨੇ ਸੋਚ ਕੇ ਚੱਲੋ ਕਿ ਵਕਤ ਤੁਹਾਡੇ ਕੋਲ। ਮੈਂ ਇੱਕ ਚੀਜ਼ ਹੋਰ ਕਹੂੰਗਾ ਵਿਜੇ ਜੀ, ਥੋੜਾ ਜਿਹਾ ਗੱਲ ਨੂੰ ਨਾ ਮੈਂ ਦੂਜੇ ਪਾਸੇ ਲੈ ਕੇ ਜਾਊਂਗਾ। ਸਾਡੇ ਜਿਹੜੇ, ਮੈਂ ਇਸ ਇੰਡਸਟਰੀ ਤੋਂ ਵਾਕਫ ਹਾਂ, ਥੋੜਾ ਚਿਰ ਮੈਂ ਬਤਾਇਆ, ਜਾਂ ਫਿਲਮ ਇੰਡਸਟਰੀ 'ਚ ਥੋੜਾ ਚਿਰ ਮੈਂ ਲਾ ਕੇ ਆਇਆ ਜੀ, ਯਾਨੀ ਇਹਨਾਂ ਦੀ, ਪਰ ਮੈਂ ਦੇਖ ਆਇਆ ਸਾਰੇ ਰੰਗ। ਗੱਲ ਇਹ ਆ ਕਿ ਇੱਕ ਚੀਜ਼ ਦੀ ਆਦਤ ਪਾਉਣੀ ਚਾਹੀਦੀ ਆ। ਸਾਡੇ ਇੰਡੀਅਨ ਇਕਨੋਮੀ ਨੂੰ ਕਹਿੰਦੇ ਕਿ ਇਸ ਵੇਲੇ ਜਿਹੜਾ ਰਿਸਕ ਆ ਬਹੁਤ ਘੱਟ ਆ, ਰਿਸੈਸ਼ਨ ਵਾਲਾ। ਉਹਦੇ ਪਿੱਛੇ ਇੱਕ ਕਾਰਨ ਦਿੰਦੇ ਨੇ ਅਰਥ ਸ਼ਾਸਤਰੀ। ਉਹ ਕਹਿੰਦੇ ਕਿ ਇਹਨਾਂ ਦੀਆਂ ਤੇ ਬਜ਼ੁਰਗ ਔਰਤਾਂ ਨੂੰ ਵੀ ਸੇਵਿੰਗ ਦੀ ਆਦਤ ਹੈ। ਜਦੋਂ ਬੰਦਾ ਖੜਾ ਹੀ ਛੱਡ ਦਿੰਦਾ ਨਾ, ਤੁਸੀਂ ਦੇਖਿਆ ਹੋਣਾ ਨਾ, ਆਪਣੀਆਂ ਬੇਬੇ ਚੁੰਨੀ ਦੇ ਪੱਲੇ ਦੇ ਨਾਲ ਵੀ ਵਾਧਾ ਘਟਾ ਭਾਣ ਜਿਹੜੀ ਹੈ ਨਾ ਬੰਨ ਲੈਂਦੀਆਂ ਸੀ। ਜੀ ਬਿਲਕੁਲ। ਸੋ ਗੱਲ ਇਹ ਹੈ ਕਿ ਇਹ ਆਦਤ ਸਟਾਰਡਮ ਦੇ ਵਿੱਚ ਸਾਨੂੰ ਪਾਉਣੀ ਚਾਹੀਦੀ। ਮੈਂ ਇੰਦਰਜੀਤ ਨਿੱਕੂ ਦੀ ਜ਼ਿੰਦਗੀ ਬਾਰੇ ਨਹੀਂ ਜਾਣਦਾ, ਪਰ ਇਹ ਹੈ ਕਿ ਜਦੋਂ ਤੁਹਾਡੇ ਕੋਲ ਦੌਲਤ ਬਹੁਤ ਆਉਂਦੀ ਹੈ ਨਾ, ਤਾਂ ਦੌਲਤ ਨੂੰ ਜ਼ਰੂਰ ਸੰਭੋ। ਤੇ ਦੌਲਤ ਬਾਰੇ ਇੱਕ ਬਹੁਤ ਵਧੀਆ ਕਥਨ ਹੈ, ਕਹਿੰਦੇ ਕਿ ਦੌਲਤ ਦਾ ਕੀ ਹੈ ਕਿ ਜਾਂ ਤਾਂ ਇਹਦਾ ਉਪਯੋਗ ਕਰ ਲਓ, ਇਹਦੇ ਤਿੰਨ ਹੀ ਭੋਗ ਹੈ, ਜਾਂ ਤਾਂ ਉਪਯੋਗ ਕਰ ਲਓ ਇਹਦਾ, ਵਰਤੋ, ਜਾਂ ਦਾਨ ਕਰ ਦਿਓ, ਜਾਂ ਨਾਸ ਪੱਕਾ ਹੈ। ਤਿੰਨ ਭੋਗ ਹੈ ਇਹਦੇ। ਸੋ ਇਸ ਕਰਕੇ ਮੇਰਾ ਮੰਨਣਾ ਇਹ ਕਿ ਉਪਯੋਗ ਕਰੋ, ਮਤਲਬ ਕਿ ਸੇਵਿੰਗ ਜ਼ਰੂਰ ਕਰੋ, ਕਿਸੇ ਨਾ ਕਿਸੇ ਖਾਤੇ 'ਚ ਇਨਵੈਸਟਮੈਂਟ ਕਰੋ। ਮੈਂ ਕਿਸੇ ਨੂੰ ਮੱਤ ਨਹੀਂ ਦੇ ਰਿਹਾ, ਪਰ ਮੈਂ ਕਹਿ ਰਿਹਾ ਕਿ ਜਦੋਂ ਸਟਾਰਡਮ 'ਚ ਹੁੰਦਾ ਨਾ ਬੰਦਾ, ਤੁਹਾਨੂੰ ਪਤਾ ਉਹ ਫਲਾਣੇ ਕੋਲ ਫਲਾਣੀ ਗੱਡੀ, ਮੈਨੂੰ ਤੇ ਨਾਂ ਨਹੀਂ ਆਉਂਦੇ ਵਿਜੇ ਜੀ, ਇਮਾਨਦਾਰੀ ਨਾਲ ਕਹਾਂ, ਉਹ ਫਲਾਣੇ ਕੋਲ ਫਲਾਣੀ ਗੱਡੀ ਆ, ਮੈਂ ਵੀ ਇਹ ਲੈਣੀ। ਫਲਾਣੇ ਕੋਲ 8 ਬਾਉਂਸਰ ਹੈ, ਮੈਂ 16 ਰੱਖਣੇ। ਖੂਹ 'ਚ ਪਾਓ। ਲੋਕਾਂ ਦੇ ਗਾਇਕ, ਲੋਕੀ ਅੱਗੇ ਦੇਖਿਆ ਅਸੀਂ ਤੇ ਟੁੱਟੀ ਜੀ ਮਰੂਤੀ 'ਚ ਵੀ ਗਾਇਕਾਂ ਨੂੰ ਚੱਕੀ ਫਿਰਦੇ ਹੁੰਦੇ ਸੀ ਹੱਥਾਂ ਤੇ। ਇਸ ਕਰਕੇ ਇਹ ਨਾ ਵੇਖੋ ਕਿ ਸਾਡਾ ਉੱਥੇ ਹੋਮਲੈਂਡ ਦੇ ਵਿੱਚ ਫਲੈਟ ਹੋਵੇ, ਜਿੱਥੇ ਹੈਗੇ ਹੋ ਉੱਥੇ ਆਰਾਮ ਨਾਲ ਬੈਠੇ ਰਹੋ, ਆਪਣੇ ਪੈਸਿਆਂ ਨੂੰ ਜੋੜ ਕੇ ਰੱਖੋ, ਬੁਰੇ ਵਕਤ 'ਚ ਕੰਮ ਆਉਂਦੇ। ਤੇ ਵਕਤ ਜਿਹੜਾ ਹੈ ਨਾ, ਉਹ ਤੇ ਤੁਹਾਨੂੰ ਪਤਾ ਹੀ ਹੈ, ਉਹ ਕਹਿੰਦੇ ਘੜੀ ਦੀ ਫਿਤਰਤ ਜਿਹੜੀ ਹੈ ਨਾ, ਅਜੀਬ ਹੈ, ਹਮੇਸ਼ਾ ਟਿਕ ਟਿਕ ਕਰਦੀ ਰਹਿੰਦੀ ਹੈ, ਪਰ ਨਾ ਖੁਦ ਟਿਕਦੀ ਹੈ, ਨਾ ਦੂਸਰੇ ਨੂੰ ਟਿਕਣ ਦਿੰਦੀ ਹੈ ਜੀ। ਸੋ ਗੱਲ ਇਹ ਆ ਕਿ ਇਹ ਵਕਤ ਹੈ, ਵਕਤ ਦੀ ਟਿਕ ਟਿਕ ਤੇ ਇਦਾਂ ਹੀ ਹੋਣੀ ਆ। ਖੈਰ ਚਲੋ, ਇਹਨੇ ਨਾਲ ਇਹ ਆ ਕਿ ਇੰਦਰਜੀਤ ਨਿੱਕੂ ਦਾ ਦਰਦ ਆ ਗਿਆ ਸਾਹਮਣੇ, ਤੇ ਕੁਝ ਦਰਦਬੰਦ ਜਿਹੜੇ ਆ ਉਹ ਸਾਹਮਣੇ ਆ ਗਏ ਕਿ ਹਾਂ ਭਾਈ, ਇਸ ਔਖੀ ਘੜੀ ਦੇ ਵਿੱਚ ਇਹਦਾ ਹੱਥ ਫੜਨਾ ਚਾਹੀਦਾ। ਆਰਟਿਸਟਾਂ ਨੂੰ ਅੱਗੇ ਜ਼ਰੂਰ ਆਉਣਾ ਚਾਹੀਦਾ ਇਹਦੇ ਚ ਜੀ। ਮਿੰਟੂ ਜੀ, ਟਿਕਟੌਕ ਸਟਾਰ ਤੇ ਭਾਜਪਾ ਨੇਤਾ ਸੋਨਾਲੀ ਫੋਗਟ, ਉਹਨਾਂ ਦੀ ਡੈਥ ਹੋ ਗਈ ਪਿਛਲੇ ਦਿਨੀ, ਤੇ ਉਹਨਾਂ ਦੇ ਭਰਾ ਨੇ ਬੜੇ ਗੰਭੀਰ ਦੋਸ਼ ਲਗਾਏ ਨੇ। ਕੀ ਆਖਿਆ ਫੋਗਟ ਦੇ ਭਰਾ ਨੇ? ਦੇਖੋ, ਉਹਨੇ ਸਾਰੇ ਹੀ ਦੋਸ਼ ਜਿਹੜੇ ਮੜੇ ਨੇ ਉਹਦੇ ਪੀਏ ਤੇ ਮੜੇ ਨੇ। ਉਹ ਫੋਟੋ ਦੇ ਵਿੱਚ ਤੁਹਾਨੂੰ ਮਿਲ ਜਾਣਾ, ਗੰਜਾ ਜਿਹਾ ਭਾਈ, ਇਹ ਗੰਜਾ ਕੌਣ, ਅਭੀ ਦੀਵਾ ਜਗਾ, ਉਹ ਗੰਜਾ ਜਿਹਾ ਮਿਲ ਜਾਏਗਾ, ਤਾਂ ਉਹ ਉਹਦਾ ਪੀਏ ਆ, ਜਿਹਦੇ ਤੇ ਇਸ ਵੇਲੇ ਸਾਰੀ ਗੱਲ ਆ ਰਹੀ ਆ। ਤਾਂ ਹੁਣ ਮਸਲਾ ਕੀ ਹੈ ਕਿ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਦਰਅਸਲ ਇਹਦੇ ਨਾਲ ਹੋ ਸਕਦਾ ਕਿ ਰੇਪ ਕਰਕੇ ਨੂੰ ਮਾਰਿਆ ਗਿਆ ਹੋਵੇ। ਹਾਲਾਂਕਿ ਉੱਥੋਂ ਦੀ ਗੋਆ ਦੀ ਪੁਲਿਸ ਦਾ ਜਿਹੜਾ ਵਰਸ਼ਨ ਆ ਉਹ ਇਹੋ ਆ ਕਿ ਜਿਹੜੀ ਮਤਲਬ ਕਿ ਪ੍ਰਥਮ ਦ੍ਰਿਸ਼ਟੀ ਆ, ਪਹਿਲੀ ਨਜ਼ਰੇ ਇਹ ਮੌਤ ਜਿਹੜੀ ਆ ਦਿਲ ਦੇ ਦੌਰੇ ਨਾਲ ਹੀ ਹੋਈ ਲੱਗਦੀ ਆ। ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਆਵੇਗੀ। ਗੋਆ ਦੇ ਵਿੱਚ ਵੈਸੇ ਵੀ ਤੁਹਾਨੂੰ ਪਤਾ ਖਾਣ ਪਾਣ ਵੀ ਜਾ ਕੇ ਉੱਥੇ ਸੈਲਾਨੀਆਂ ਦਾ ਵਿਗੜ ਜਾਂਦਾ ਹੈ ਜੀ, ਇਹ ਸਭ ਨੂੰ ਪਤਾ ਹੈ, ਸੱਚ ਹੈ, ਹਕੀਕਤ ਆ। ਫਿਰ ਇਸ ਤੋਂ ਇਲਾਵਾ ਜੇ ਦੇਖੀਏ ਤਾਂ ਇਹ ਇਲਜ਼ਾਮ ਲਾ ਰਹੇ ਨੇ ਪਰਿਵਾਰ ਵਾਲੇ ਕਿ ਫੋਨ ਵੀ ਆਇਆ ਸੂ, ਉਹ ਕਹਿੰਦੀ ਕਿ ਖੀਰ ਖਵਾਈ ਇਹਨੇ, ਪੀਏ ਦਾ ਨਾਮ ਲਿਆ, ਕਿ ਉਸ ਤੋਂ ਬਾਅਦ ਮੇਰਾ ਸਰੀਰ ਠੀਕ ਨਹੀਂ ਹੈ, ਤਾਂ ਉਹਨਾਂ ਨੇ ਕਿਹਾ ਵੀ ਇੱਕ ਡਾਕਟਰ ਦੇ ਜਾ ਵੜਾ। ਤੇ ਹੁਣ ਉਹਦੇ ਭਰਾ ਨੇ ਤੇ ਇੱਥੋਂ ਤੱਕ ਕਿਹਾ ਕਿ ਜਿਹੜਾ ਸੁਧੀਰ ਸਾਂਗਵਾਨ ਸੀਗਾ ਪੀਏ, ਇਹਨੇ ਪਹਿਲਾਂ ਵੀ ਇਹਦੇ ਨਾਲ ਰੇਪ ਕੀਤਾ ਸੀਗਾ, ਕਿਉਂਕਿ ਰਹਿੰਦਾ ਜੋ ਨਾਲ ਸੀਗਾ। ਤੇ ਉਸ ਤੋਂ ਬਾਅਦ ਇਹਨੇ ਇੱਕ ਵੀਡੀਓ ਬਣਾਇਆ ਸੀਗਾ ਜਿਹਦੇ ਕਰਕੇ ਇਹ ਬਲੈਕਮੇਲ ਕਰਦਾ ਰਹਿੰਦਾ ਸੀਗਾ। ਬੜੇ ਗੰਭੀਰ ਦੋਸ਼ ਨੇ ਜੀ। ਉਹ ਕਹਿੰਦੇ ਕਿ ਏਟੀਐਮ ਤੋਂ ਲੈ ਕੇ ਘਰ ਦੀਆਂ ਚਾਬੀਆਂ ਤੀਕ ਇਹਦੇ ਕੋਲ ਸਨ। ਫਿਰ ਇੱਕ ਵੱਡੀ ਜੇ ਆਪਾਂ ਦੇਖੀਏ ਕੰਟਰਾਡਿਕਸ਼ਨ ਇਸ ਮਾਮਲੇ 'ਚ ਨਿਕਲ ਰਹੀ ਹੈ। ਪਹਿਲਾਂ ਖਬਰਾਂ ਇਹ ਆ ਰਹੀਆਂ ਸਨ ਕਿ ਸ਼ੂਟ ਤੇ ਗਈ ਆ ਬੀਬੀ, ਹੁਣ ਇਹ ਨਿਕਲ ਕੇ ਆ ਰਿਹਾ ਘਰ ਵਾਲੇ ਕਹਿੰਦੇ ਕਿ ਉੱਥੇ ਸ਼ੂਟ ਹੈ ਹੀ ਨਹੀਂ ਸੀਗਾ। ਬੀਬੀ ਕਿਉਂ ਗਈ ਆ ਸ਼ੂਟ ਦਾ ਕਹਿ ਕੇ, ਇਹ ਵੀ ਇੱਕ ਵੱਡਾ ਸਵਾਲ ਆ। ਫਿਰ ਉਹ ਕਹਿੰਦੇ ਕਿ ਇੱਕ ਜਦੋਂ ਕਾਲ ਹੋਈ ਆ, ਪੀਏ ਦੀ ਆਵਾਜ਼ ਪਿੱਛੋਂ ਆ ਰਹੀ ਸੀ ਅੱਧੀ ਰਾਤ ਨੂੰ,
ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਪੀਏ ਉਹਦੇ ਰੂਮ ਦੇ ਵਿੱਚ ਜਾਂ ਸੌਣ ਵਾਲੇ ਟਿਕਾਣੇ ਤੇ ਬਾਈ ਕਿੱਥੇ ਮੌਜੂਦ ਆ। ਇਹਦਾ ਮਤਲਬ ਕਿ ਕੁਛ ਨਾ ਕੁਛ ਤੇ ਹੈ, ਸ਼ੱਕੀ ਹੈ ਜੋ ਪਰਿਵਾਰ ਵਾਲੇ ਦੱਸ ਰਹੇ ਆ। ਤਾਂ ਪਰ ਜੇ ਭਰਾ ਨੂੰ ਪਤਾ ਸੀਗਾ ਕਿ 3 ਸਾਲ ਪਹਿਲਾਂ ਏਦਾਂ ਹੋਇਆ, ਬਲੈਕਮੇਲ ਕਰ ਰਿਹਾ, ਤਾਂ ਉਹਨੂੰ ਪਹਿਲਾਂ ਬੋਲਣਾ ਚਾਹੀਦਾ ਸੀਗਾ, ਪਹਿਲਾਂ ਬੋਲਣਾ ਚਾਹੀਦਾ ਸੀਗਾ। ਸੋ ਬੋਲਣ ਦੀ ਜ਼ਰੂਰਤ ਸੀਗੀ। ਖੈਰ ਹੁਣ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਵਾ ਪੀਏ ਨੂੰ। ਇੱਕ ਪੀਏ ਦਾ ਕੋਈ ਹੋਰ ਦੋਸਤ ਹੈ, ਉਹਦਾ ਵੀ ਨਾਂ ਲੈਂਦੇ ਪਿਆ ਕਿ ਦਰਅਸਲ ਇਹਨਾਂ ਨੇ ਇਹਦੇ ਸਾਰੇ ਜਿਹੜੇ ਮਤਲਬ ਕਿ ਮਾਲੀ ਅਸਾਸੇ ਨੇ, ਪ੍ਰਾਪਰਟੀ ਵਗੈਰਾ, ਉਹਨਾਂ ਤੇ ਕਬਜ਼ਾ ਕਰਨ ਵਾਸਤੇ ਹੀ ਇਹ ਸਾਰਾ ਕੁਝ ਕੀਤਾ। ਪਰ ਜਦੋਂ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਉਂਦੀ, FIR ਨਹੀਂ ਹੁੰਦੀ, ਗ੍ਰਿਫਤਾਰੀ ਨਹੀਂ ਹੁੰਦੀ, ਆਪਾਂ ਗੁਰੇਜ਼ ਕਰਾਂਗੇ ਕਿ ਕੀ ਮਾਮਲਾ ਕੀ ਮਾਜਰਾ। ਪਰ ਇਸ ਵੇਲੇ ਦੋਨੇ ਪੱਖ ਇਹੋ ਆ ਕਿ ਗੋਆ ਦੀ ਪੁਲਿਸ ਕਹਿ ਰਹੀ ਆ ਕਿ ਪਹਿਲੀ ਨਜ਼ਰੇ ਇਹ ਮਾਮਲਾ ਕੁਦਰਤੀ ਮੌਤ ਦਾ ਲੱਗਦਾ ਵਾ, ਤੇ ਦੂਜੇ ਪਾਸੇ ਪਰਿਵਾਰ ਵਾਲੇ ਕਹਿੰਦੇ ਕਿ ਨਹੀਂ, ਇਹ ਕੁਦਰਤੀ ਮੌਤ ਨਹੀਂ ਹੈ, ਇਹ ਸਾਰਾ ਕੁਝ ਵਿਉਂਤਿਆ ਹੋਇਆ ਜਿਹੜਾ ਉਹ ਹੈ ਪੀਏ ਦਾ। ਜੀ ਮਿੰਟੂ ਜੀ ਦੱਸਿਓ, ਭਾਰਤ ਭੂਸ਼ਣ ਆਸ਼ੂ ਦਾ ਕੀ ਹਾਲ ਚਾਲ ਹੈ ਜੀ? ਵਿਜੀਲੈਂਸ ਵਾਲੇ ਉਹਨਾਂ ਨੂੰ ਲੈ ਗਏ ਸੀ ਅਰੈਸਟ ਕਰਕੇ, ਕਹਿੰਦੇ ਤਖਤ ਪੋਸ਼ ਤੇ ਸਵਾਇਆ। ਐਂ ਹੈ ਜੀ, ਜਦੋਂ ਸਮਾਂ ਬੁਰਾ ਹੁੰਦਾ ਨਾ, ਕਹਿੰਦੇ ਕਿ ਦਹੀਂ ਨਾਲ ਵੀ ਦਾੜ ਟੁੱਟ ਜਾਂਦੀ ਹੈ। ਤੇ ਉਸੇ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਬੰਦਾ ਜਿਹੜਾ ਉਹ ਤੁਰਿਆ ਜਾਂਦਾ ਹੀ ਡਿੱਗ ਪੈਂਦਾ ਤੇ ਗੋਡਾ ਨਿਕਲ ਜਾਂਦਾ ਹੈ ਜਦੋਂ ਮਾੜੇ ਹਾਲਾਤ ਹੋਣ। ਤਾਂ ਇਦਾਂ ਹੀ ਜਦੋਂ ਲੀਡਰ ਦੀ ਮਾੜੀ ਸ਼ਾਮਤ ਆ ਜਾਵੇ ਨਾ, ਤਾਂ ਫਿਰ ਉਹ ਤਖਤ ਤੋਂ ਇਦਾਂ ਹੀ ਤਖਤ ਪੋਸ਼ਾਂ ਤੇ ਪਹੁੰਚ ਜਾਂਦਾ ਹੈ। ਵੈਸੇ ਕਿਹਾ ਜਾਂਦਾ ਕਿ ਤਖਤ ਤੋਂ ਤਖਤਿਆਂ ਤੇ ਵੀ ਪਹੁੰਚ ਜਾਂਦੇ ਨੇ, ਫਾਂਸੀ ਵਾਲਾ ਤਖਤ ਆ ਇਹ ਜਿਹੜੇ ਹਾਕਮ ਹੁੰਦੇ ਆ। ਖੈਰ ਉਹ ਤੇ ਨਾ ਪਹੁੰਚਿਆ ਤੇ ਨਾ ਹੀ ਮੇਰੇ ਖਿਆਲ ਦੇ ਨਾਲ ਪਹੁੰਚਣ ਦੀ ਜ਼ਰੂਰਤ ਹੈ, ਉੱਥੇ ਮਾਮਲੇ ਵੱਡੇ ਹੁੰਦੇ ਆ। ਪਰ ਇੱਥੇ ਜਿਹੜਾ ਮਾਮਲਾ ਹੈ ਉਹ ਇਹ ਆ ਕਿ ਵਿਜੀਲੈਂਸ VIP ਟ੍ਰੀਟਮੈਂਟ ਨਹੀਂ ਦੇ ਰਹੀ, ਇਹ ਗੱਲ ਸਾਫ਼ ਹੈ। ਇੱਕ ਗੱਲ ਹੋਰ ਨਿਕਲ ਕੇ ਆ ਰਹੀ ਹੈ ਵਿਜੇ ਜੀ ਕਿ ਇਹਨਾਂ ਨੂੰ ਅਸਥਮਾ ਦੀ ਬਿਮਾਰੀ ਹੈ ਦੱਸਦੇ ਆ। ਜਿਹੜੀ ਆਪਾਂ ਇੱਕ ਖਬਰ ਸੁਣੀ ਸੀ ਸ਼ੁਰੂਆਤ ਦੇ ਵਿੱਚ ਕਿ ਕਹਿੰਦੇ ਆ ਜੀ ਕਿ ਆਸ਼ੂ ਨੂੰ ਹਸਪਤਾਲ ਲਿਜਾਇਆ ਗਿਆ। ਲੋਕ ਇਹ ਵੀ ਸਵਾਲ ਚੁੱਕ ਰਹੇ ਸੀਗੇ ਕਿਉਂ ਤੇ ਦਬੱਲੀ ਫਿਰਦੇ ਆ, ਕਿਸੇ ਦੇ ਜੁੰਡੇ ਪੱਟ ਦਿੰਦੇ ਆ, ਕਿਸੇ ਨੂੰ ਧੱਕੇ ਮਾਰ ਦਿੰਦੇ ਆ, ਕਿਸੇ ਨੂੰ ਕੁਝ ਕਹਿ ਦਿੰਦੇ ਆ ਲੀਡਰ। ਪਰ ਜਿਵੇਂ ਮਾੜੀ ਜੀ ਹੱਥ ਕੜੀ ਲੱਗਦੀ ਉਵੇਂ ਕਹਿੰਦੇ ਆ ਕਿ ਹਾਏ ਮੇਰੀ ਸਿਹਤ ਵਿਗੜ ਗਈ, ਤੇ ਸਾਫ਼ ਤੌਰ ਤੇ ਕਹਿੰਦੇ ਹਾਏ ਛਾਤੀ ਨਾਲ ਦਰਦ ਹੋ ਗਿਆ, ਤਾਂ ਫਿਰ ਉਹ ਹਸਪਤਾਲ ਲੈ ਜਾਂਦੇ, ਉੱਥੇ 5-10 ਦਿਨ ਨਿਕਲ ਜਾਂਦੇ ਆ। ਪਰ ਇਸ ਮਾਮਲੇ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਮੀਡੀਆ ਰਿਪੋਰਟਾਂ ਦੇ ਹਵਾਲੇ ਦੇ ਨਾਲ ਕਿ ਇਹਨਾਂ ਨੂੰ ਅਸਲ ਦੇ ਵਿੱਚ ਥੋੜੀ ਸਾਹ ਦੀ ਦਿੱਕਤ ਆ, ਤੇ ਉਸ ਕਰਕੇ ਇਹਨਾਂ ਨੂੰ ਦਵਾਈ ਦੱਪਾ ਜਿਹੜਾ ਉਹ ਦਿੱਤਾ ਗਿਆ ਸੀਗਾ। ਸੋ ਆਮ ਹੀ ਜਿੱਦਾਂ ਉਹ ਕੈਦੀ ਸੌਂਦੇ ਨੇ, ਆਮ ਹੀ ਖਾਂਦੇ ਨੇ, ਆਮ ਹਵਾਲਾਤੀ ਵਾਂਗੂ ਹੀ ਇਹਨਾਂ ਦਾ ਜੀਵਨ ਚੱਲ ਰਿਹਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਵੈਸੇ ਸਰਕਾਰ ਜਿਹੜੀ ਥੋੜੀ ਸਖਤ ਆ ਕਿ ਜੇਲ੍ਹ ਦੇ ਵਿੱਚ ਤੇ ਕਿਸੇ ਨੂੰ VIP ਟ੍ਰੀਟਮੈਂਟ ਦੇਣਾ ਨਹੀਂ ਹੈ। ਮਜੀਠੀਆ ਆ ਕੇ ਬਾਹਰ ਸਾਰੀ ਗੱਲ ਦੱਸ ਦਿੰਦਾ, ਫਿਰ ਤੁਹਾਨੂੰ ਪਤਾ ਹੀ ਹੋ ਸਕਦਾ ਕੱਲ ਨੂੰ ਆ ਕੇ ਕੋਈ ਹੋਰ ਦੱਸ ਦੇਵੇ ਕਿ ਫਲਾਣੇ ਨੂੰ ਮਜੀਠੀਆ ਨੇ ਦੱਸਿਆ ਨਹੀਂ, ਕਹਿੰਦਾ ਕਿ ਮੈਂ ਤੇ ਥੱਲੇ ਹੀ ਸੌਂਦਾ ਸਾਂ, ਤੇ ਉਧਰ ਕਹਿੰਦੇ ਗ੍ਰੀਨ ਟੀ ਜਾਂਦੀ ਸੀ, ਗੱਡਾ ਮਿਲਿਆ ਸੀ। ਪਰ ਇਹ ਨਹੀਂ ਪਤਾ ਕਿ ਉਹ ਸਾਰਾ ਕੁਝ ਜਿਹੜਾ ਹੈ ਉਹ ਕੋਰਟ ਦੇ ਥਰੂ ਮਿਲਿਆ। ਸੋ ਇਸ ਕਰਕੇ ਭਾਰਤ ਭੂਸ਼ਣ ਆਸ਼ੂ ਬਾਰੇ ਇਹ ਗੱਲ ਤੇ ਨਿਕਲ ਕੇ ਆ ਰਹੀ ਹੈ ਕਿ VIP ਟ੍ਰੀਟਮੈਂਟ ਜਿਵੇਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਕੇਸਾਂ ਦੇ ਵਿੱਚ ਕਿ ਉਹ ਨਹੀਂ ਹੈ। ਪਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਕਿ ਜਿਹੜਾ ਇਹਦਾ PA ਆ ਉਹਦੇ ਕੁਝ ਚਿੱਠੇ ਨਿਕਲ ਰਹੇ ਨੇ। ਮੀਨੂ ਮਲਹੋਤਰਾ ਇੱਕ ਤੇ ਇਹਦਾ ਸੰਗੀ ਸਾਥੀ ਤੁਹਾਨੂੰ ਮੈਂ ਦੱਸਿਆ ਸੀਗਾ ਕੈਨੇਡਾ ਦੀ PR ਲੈ ਗਿਆ ਹੈ, ਸ਼ਾਇਦ ਉਹ ਜਿਹੜੇ PR ਵਾਲੇ ਮਾਮਲੇ ਆ ਨਾ, ਤਾਂ ਉਹ ਅਫਸਰ ਇੱਕ ਇਧਰ PA ਆ, ਉਹਦੀਆਂ 6 ਪ੍ਰਾਪਰਟੀਆਂ ਹੁਣ ਇਹਨਾਂ ਨੇ ਤਲਾਸ਼ੀਆਂ ਨੇ ਲੱਭੀਆਂ ਨੇ, ਨਿਸ਼ਾਨਦੇਹੀ ਕੀਤੀ ਆ, ਸਾਰੀਆਂ ਹੀ ਪੌਸ਼ ਏਰੀਏ ਦੇ ਵਿੱਚ ਆ, ਸਾਰੀਆਂ ਪੌਸ਼ ਏਰੀਏ ਦੇ ਵਿੱਚ ਆ। ਤਾਂ ਖੈਰ ਦੋਸ਼ ਇਹੀ ਹੈ ਕਿ PA ਦੇ ਥਰੂ ਹੀ ਇਹ ਸਾਰਾ ਜਿਹੜਾ ਮਾਲ ਠਾਲ ਸੀਗਾ ਉਹ ਅਗਾਂਹ ਜਾਂਦਾ ਸੀਗਾ। ਹਾਲਾਂਕਿ PA ਹਾਲੇ ਤੱਕ ਮੇਰੇ ਖਿਆਲ ਦੇ ਨਾਲ ਗ੍ਰਿਫਤਾਰ ਨਹੀਂ ਹੋਇਆ। ਪਰ ਇਹ ਦਿਲਚਸਪ ਆ ਕਿ ਇਹ 6 ਪ੍ਰਾਪਰਟੀਆਂ PA ਦੀਆਂ ਨਿਕਲੀਆਂ। ਤਾਂ PA ਕੋਈ ਅੱਗੇ ਲੋਕ ਮਜ਼ਾਕ ਕਰ ਦਿੰਦੇ ਸੀ PA ਦਾ ਕੀ ਆ, PA ਕੀ ਆ ਕਿ ਸਵੇਰ ਦੇ ਫੜੀ ਜਾਣੇ 150 ਫੜੀ ਜਾਣਾ ਤੇ ਸ਼ਾਮ ਨੂੰ ਕਹਿਣਾ ਆ ਜਾ PA, ਏਦਾਂ ਮਜ਼ਾਕ ਕਰਦੇ ਸੀ ਲੋਕ। ਹੁਣ PA ਵੀ ਦੇਖੋ ਘੱਟ ਨਹੀਂ ਹੈਗੇ, ਉਹ ਵੀ 6 ਪੌਸ਼ ਇਲਾਕਿਆਂ ਦੇ ਵਿੱਚ ਆਪਣੀ ਜਾਇਦਾਦ ਰੱਖਦੇ ਆ। ਇਹ ਦੇਖਣਾ ਹੋਏਗਾ ਕਿ ਇਹਦੀ ਅਰੈਸਟ ਹੁੰਦੀ ਆ ਜਾਂ ਉਸ ਤੋਂ ਬਾਅਦ ਫਿਰ ਤੇਲੂ ਰਾਮ ਜਿੱਦਾਂ ਉੱਥੇ ਜਾ ਕੇ ਮੁੱਕਰ ਗਿਆ। ਵੈਸੇ ਅੱਜ ਇਹ ਵੀ ਸੁਣਨ ਨੂੰ ਮਿਲਿਆ ਕਿ ਕਿਸੇ ਸਮੇਂ ਤੇਲੂ ਰਾਮ ਦੀ ਪੁਸਤਕ ਰਿਲੀਜ਼ਿੰਗ ਸਮਾਰੋਹ ਦੇ ਵਿੱਚ ਵੀ ਗਏ ਸਨ ਆਸ਼ੂ ਸਾਹਿਬ। ਉਹ ਕਹਿੰਦਾ ਕਿ ਮੈਂ ਤਾਂ ਜਾਣਦਾ ਨਹੀਂ ਹੈ। ਇਹਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਬੰਦੇ ਲਿਖਾਰੀ ਵੀ ਹੋਇਆ ਕਰਦੇ ਆ। ਖੈਰ ਜੇ ਲਿਖਾਰੀ ਵੀ ਹੋਇਆ ਕਰਦੇ ਤਾਂ ਖਿਡਾਰੀ ਵੀ ਹੋਇਆ ਕਰਦੇ ਆ। ਖੈਰ ਜੋ ਵੀ ਹੈ ਹੁਣ ਤਾਂ ਵਿਜੀਲੈਂਸ ਹੀ ਕਰੇਗੀ। ਹਾਲ ਦੀ ਘੜੀ VIP ਟ੍ਰੀਟਮੈਂਟ ਨਹੀਂ ਹੈ, ਹਾਲ ਦੀ ਘੜੀ ਤਾਂ ਰਿਮਾਂਡ ਹੈ, ਤੇ ਰਿਮਾਂਡ ਦੇ ਵਿੱਚ ਕੋਈ ਡਿਮਾਂਡ ਨਹੀਂ ਹੁੰਦੀ। ਬਸ ਇਹੀ ਹੈ ਕਿ ਸਮਾਂ ਕੱਢ ਲਈਏ ਤੇ ਉਸ ਤੋਂ ਬਾਅਦ ਇੱਥੋਂ ਹਵਾਲਾਤ ਚੋਂ ਖਹਿੜਾ ਛੁੱਟੇ, ਮੱਛਰਾਂ ਤੋਂ ਜੇਲ੍ਹ 'ਚ ਚਲੇ ਜਾਈਏ, ਥੋੜੇ ਸੌਖੇ ਹੋ ਜਾਂਦਾ ਬੰਦਾ। ਉੱਥੇ ਬੈਠਾ ਇਹੀ ਸੁੱਖਾਂ ਸੁੱਖਦਾ ਕਿ ਪਤਾ ਨਹੀਂ ਕੇਸ ਚੋਂ ਕਦੋਂ ਨਿਕਲਾਂਗਾ, ਤਾਂ ਕਮ ਸੇ ਕਮ ਆ ਪੁਲਿਸ ਵਾਲਿਆਂ ਦੇ ਚੁੰਗਲ ਚੋਂ ਨਿਕਲ ਕੇ ਕਰੀ ਜੇਲ੍ਹ ਪਹੁੰਚਾ, ਫੇਰ ਦੇਖੀ ਜਾਊਗੀ।
ਜੀ। ਤੇ ਮਿੰਟੂ ਜੀ ਸੰਖੇਪ 'ਚ ਦੱਸਿਓ ਰਸ਼ੀਆ ਵਾਲੀ ਕਿਹੜੀ ਇਹ ਕਹਾਣੀ ਜੁੜ ਰਹੀ ਹੈ? ਕੋਈ ਕਥਿਤ ਅੱਤਵਾਦੀ ਫੜਿਆ ਗਿਆ ਤੇ ਖੁਲਾਸਾ ਇਹ ਹੋਇਆ ਵੀ ਇੰਡੀਆ ਦੇ ਵਿੱਚ ਉਹਨੇ ਇੱਕ ਕਿਸੇ ਵਿਅਕਤੀ ਨੂੰ ਮਾਰਨਾ ਸੀ। ਕੀ ਗੱਲਬਾਤ ਹੈ ਜੀ ਇਹ? ਬਿਲਕੁਲ ਇਹ ਹੈਰਾਨ ਕਰਨ ਵਾਲੀ ਗੱਲ ਆ ਕਿ ਦੇਖੋ ਅਸਲ ਦੇ ਵਿੱਚ ਜਿਹੜਾ ਇਹ ਮੁੰਡਾ ਫੜਿਆ ਗਿਆ ਨੌਜਵਾਨ ਹੀ ਹੈ ਤਾਂ ਇਹ ਹੈ ਤਾਂ ਉਜ਼ਬੇਕਿਸਤਾਨ ਦਾ ਹੈ। ਅੱਛਾ ਜੀ। ਪਰ ਇਹ ਟ੍ਰੇਨਡ ਹੋਇਆ ਤੁਰਕੀ ਦੇ ਵਿੱਚ, ਫੜਿਆ ਗਿਆ ਰਸ਼ੀਆ ਦੇ ਵਿੱਚ, ਆਉਣਾ ਸੀ ਇੰਡੀਆ ਦੇ ਵਿੱਚ। ਤਾਂ ਇਹ ਵੇਖ ਲਓ ਕਿ ਕਿਸ ਤਰੀਕੇ ਦੇ ਨਾਲ ਅੱਜ ਕੱਲ ਇਹ ਸਾਰਾ ਸਿਸਟਮ ਚੱਲ ਰਿਹਾ। ਪਰ ਇਹਨੂੰ ਜੇ ਸਮਝਣਾ ਹੋਵੇ ਤਾਂ ਬਹੁਤ ਸੌਖਾ ਹੈ ਕਿ ਅੱਜ ਕੱਲ ਆਨਲਾਈਨ ਜੋ ਰੈਡੀਕਲਾਈਜੇਸ਼ਨ ਦੀ ਮੁਹਿੰਮ ਚੱਲਦੀ ਹੈ ਉਹਦੇ ਵਿੱਚ ਬਹੁਤ ਆਸਾਨੀ ਨਾਲ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਉਹ ਟਾਰਗੇਟ ਕਰ ਲਏ ਜਾਂਦੇ ਆ, ਉਹ ਚੁਣ ਲਏ ਜਾਂਦੇ ਆ। ਵੈਸੇ ਜੇ ਤੁਸੀਂ ਦੇਖੋਗੇ ਤੁਰਕੀ ਦੇ ਨਾਲ ਤਾਲੁਕਾਤ ਇੰਡੀਆ ਦੇ ਕੁਝ ਇਸ ਕਿਸਮ ਦੇ ਆ ਕਿ ਜਿਹੜਾ ਕੋਈ ਉਧਰੋਂ ਸ਼ੱਕੀ ਆਏਗਾ ਬਹੁਤ ਜਲਦੀ ਨਜ਼ਰੇ ਚੜ ਜਾਏਗਾ। ਤਾਂ ਇਸੇ ਕਰਕੇ ਹੀ ਸ਼ਾਇਦ ਰੂਟ ਜਿਹੜਾ ਹੈ ਨਾ ਇਹ ਅਖਤਿਆਰ ਕੀਤਾ ਗਿਆ। ਤੇ ਜਿੱਥੇ ਰਸ਼ੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪਹਿਲਾਂ ਹੀ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਚੌਕਸੀ ਆ, ਤਾਂ ਉਹਨਾਂ ਨੇ ਅਰੈਸਟ ਕੀਤਾ, ਉਸ ਤੋਂ ਬਾਅਦ ਪੁੱਛਗਿੱਛ ਹੋਈ ਆ। ਤਾਂ ਜਿਹੜੀ ਗੱਲ ਇਹਨੇ ਦੱਸੀ ਆ ਹੁਣ ਤੱਕ ਪੁੱਛਗਿੱਛ ਦੇ ਵਿੱਚ, ਇਹਨੇ ਇਹ ਕਿਹਾ ਕਿ ਮੈਂ ਉੱਥੇ ਜਾ ਕੇ, ਮਤਲਬ ਕਿ ਸੰਖੇਪ ਚ ਆਪਾਂ ਇਹਨੂੰ ਕਰ ਲਈਏ, ਜਿਹੜੀ ਗੱਲ ਨਿਕਲ ਕੇ ਆ ਰਹੀ ਆ ਕਿ ਉਹ ਕਹਿ ਰਿਹਾ ਕਿ ਮੈਂ ਉੱਥੇ ਜਾ ਕੇ ਪੈਗੰਬਰ ਮੁਹੰਮਦ ਦੇ ਅਪਮਾਨ ਦਾ ਬਦਲਾ ਲੈਣਾ ਸੀ ਕਿਸੇ ਸ਼ਖਸ ਤੋਂ। ਇਹਦਾ ਮਤਲਬ ਵਿਜੇ ਜੀ ਸਾਫ਼ ਆ ਕਿ ਇੱਕ ਤਾਂ ਪੈਗੰਬਰ ਬਾਰੇ ਤਾਂ ਟਿੱਪਣੀ ਕੀਤੀ ਹੈ ਕੱਲ ਟੀ ਰਾਜਾ ਸਿੰਘ ਨੇ, ਉਹਨੂੰ ਅਰੈਸਟ ਕਰ ਲਿਆ ਗਿਆ ਤੇ ਉਹਨੂੰ ਜ਼ਮਾਨਤ ਮਿਲ ਗਈ। ਇੱਕ ਟਿੱਪਣੀ ਹੋਈ ਸੀ ਤੁਹਾਨੂੰ ਯਾਦ ਹੋਣਾ ਮਈ ਦੇ ਆਖਰ ਦੇ ਵਿੱਚ ਨੂਪੁਰ ਸ਼ਰਮਾ ਦੇ ਦੁਆਰਾ। ਲੱਗਦਾ ਇਹੋ ਆ ਕਿ ਇਹਦਾ ਟਾਰਗੇਟ ਜਿਹੜਾ ਨੂਪੁਰ ਸ਼ਰਮਾ ਸੀ। ਕਿਉਂਕਿ ਅੱਗੇ ਪਾਕਿਸਤਾਨ ਦੇ ਵਿੱਚੋਂ ਵੀ ਇੱਕ ਨੌਜਵਾਨ ਪੈਦਲ ਹੀ ਤੁਰ ਪਿਆ, ਕਹਿੰਦਾ ਜੀ ਮੈਂ ਉਹਦਾ ਸਿਰ ਲਾਉਣਾ ਸੀਗਾ। ਤਾਂ ਇਸ ਤਰ੍ਹਾਂ ਦੀਆਂ ਤੁਹਾਨੂੰ ਪਤਾ ਹੈ ਪੂਰੀ ਦੁਨੀਆ ਦੇ ਵਿੱਚੋਂ ਖਬਰਾਂ ਆਉਂਦੀਆਂ ਨੇ ਕਿ ਇਹ ਜਿਹੜਾ ਇਸ ਤਰ੍ਹਾਂ ਦਾ ਕੋਈ ਬੰਦਾ ਬੋਲਦਾ ਹੈ ਇਸਲਾਮ ਦੇ ਵਿੱਚ ਫਿਰ ਉਹਦੇ ਖਿਲਾਫ ਫਤਵਾ ਹੋ ਜਾਂਦਾ ਜਾਂ ਉਸਦੇ ਖਿਲਾਫ ਇੱਕ ਮੁਹਿੰਮ ਚੱਲ ਪੈਂਦੀ ਆ, ਤਾਂ ਕੁਝ ਫਿਰ ਨੌਜਵਾਨ ਜਿਹੜੇ ਹੋਏ ਤੈਨੂੰ ਹੋ ਤੁਰਦੇ ਆ। ਸੋ ਇੰਡੀਆ ਲਈ ਇਹ ਇੱਕ ਚਿੰਤਾਜਨਕ ਸਬਬ ਹੈ ਕਿ ਜੇ ਬਾਹਰੋਂ ਇਸ ਤਰ੍ਹਾਂ ਦਾ ਸਾਰਾ ਕੁਝ ਚੱਲ ਰਿਹਾ, ਹੋ ਸਕਦਾ ਕਿ ਤੁਹਾਨੂੰ ਅੰਦਰ ਆਪਣੇ ਮਤਲਬ ਕਿ ਅੰਦਰੂਨੀ ਤੌਰ ਤੇ ਵੀ ਹੋਰ ਚੌਕਸੀ ਦੇ ਨਾਲ ਇਹ ਸਾਰਾ ਕੁਝ ਵੇਖਣਾ ਪਏਗਾ ਜੀ। ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਜੀ ਦੇਖੋ ਅੱਜ ਦੀ ਖੁਸ਼ਨੁਮਾ ਖਬਰ ਜਿਹੜੀ ਹੈ ਉਹ ਆਪਾਂ ਮੇਰੇ ਖਿਆਲ ਦੇ ਨਾਲ ਜੇ ਦੇਖੀਏ ਤਾਂ ਬਹੁਤ ਹੈਰਾਨਗੀ ਵਾਲੀ ਗੱਲ ਵੀ ਹੁੰਦੀ ਹੈ ਕਈ ਵਾਰ। ਖੁਸ਼ਨੁਮਾ ਖਬਰ ਸੁਣਦੇ ਆਪਾਂ ਕਈ ਵਾਰ ਕੁਝ ਚੀਜ਼ਾਂ ਨੂੰ ਸਿੱਖ ਵੀ ਲੈਂਦੇ ਹਾਂ, ਪੜ੍ਹ ਵੀ ਲੈਂਦੇ ਹਾਂ ਜੀ। ਦਰਅਸਲ ਕੀ ਹੈ ਕਿ ਸ਼ਰਤ ਕਮਲ ਇੱਥੇ ਗਿਆ ਕਾਮਨਵੈਲਥ ਗੇਮ ਦੇ ਵਿੱਚ 40 ਸਾਲ ਦਾ, ਉਹ 40 ਸਾਲ ਦਾ, ਉਹਨੇ ਅੱਜ ਕਿਹਾ ਕਿ ਮੈਂ 올림픽 ਮੈਡਲ ਦੀ ਤਿਆਰੀ ਕਰਾਂਗਾ। 4 ਮੈਡਲ ਲੈ ਕੇ ਆਇਆ ਉਹ 40 ਸਾਲ ਦੀ ਉਮਰ ਦੇ ਵਿੱਚ ਟੇਬਲ ਟੈਨਿਸ ਚ ਜੀ, ਕੁਛ ਮਿਸ਼ਰਤ ਕੁਛ ਮਤਲਬ ਕਿ ਸਿੰਗਲ। 4 ਮੈਡਲ ਲੈ ਕੇ ਆਇਆ 40 ਸਾਲ ਦੀ ਉਮਰ ਦੇ ਵਿੱਚ, ਤੇ ਉਹਨਾਂ ਦੇ ਨਾਲ ਵੀ ਖੇਡ ਰਿਹਾ ਹੈ ਜਿਹੜੇ ਜਦੋਂ ਇਹ ਪਹਿਲੀ ਕਾਮਨਵੈਲਥ ਚ ਗਿਆ ਸੀ, ਜਿਹੜੇ ਉਸ ਟਾਈਮ ਸ਼ਾਇਦ ਜੰਮੇ ਹੁੰਦੇ ਆ ਜੀ ਜੀ ਜੀ, ਉਹਨਾਂ ਨਾਲ ਵੀ ਖੇਡ ਰਿਹਾ। ਸੋ ਉਹਦੀ ਤਿਆਰੀ ਜਿਹੜੀ ਆ ਉਹ ਕਹਿੰਦਾ ਕਿ ਮੈਂ ਹੁਣ ਫਿਟਨੈਸ ਤੇ, ਮੈਂ ਸੁਣ ਰਿਹਾ ਸੀਗਾ ਉਹ ਕਹਿੰਦਾ ਮੈਂ ਫਿਟਨੈਸ ਤੇ ਬਹੁਤ ਘੱਟ ਧਿਆਨ ਦਿੰਦਾ ਤੇ ਜ਼ਿਆਦਾ ਧਿਆਨ ਮੈਂ ਆਪਣਾ ਮਤਲਬ ਕਿ ਮੈਂਟਲ ਜਿਹੜੀ ਸਾਡੀ ਤਾਕਤ ਹੁੰਦੀ ਉਹਦੇ ਤੇ ਦੇ ਰਿਹਾ, ਇਕਾਗਰਤਾ ਤੇ ਦੇ ਰਿਹਾ, ਕਿਉਂਕਿ ਨੌਜਵਾਨ ਫੁਰਤੀਲੇ ਬੜੇ ਹੁੰਦੇ। ਪਰ ਕਹਿੰਦਾ ਕਿ ਮੈਡਲ ਕੱਢ ਦੇਣਾ ਹਾਲੇ ਵੀ, ਮਤਲਬ ਕਿ 4 ਸਾਲ ਬਾਅਦ ਦਾ ਗੋਲ ਹੈ ਉਹਦਾ ਕਿ 4 ਸਾਲ ਬਾਅਦ ਮੈਂ ਨਾ ਸਿਰਫ ਖੇਲਣਾ ਹੈ ਬਲਕਿ ਜਿੱਤਣਾ ਹੈ। ਇਸੇ ਤਰ੍ਹਾਂ ਦੀ ਇੱਕ ਮਿਸਾਲ ਹੋਰ ਨੌਜਵਾਨ ਦੀ ਮੈਂ ਅੱਜ ਪੜ੍ਹ ਰਿਹਾ ਸੀਗਾ ਕਿ ਦੇਖੋ ਇੱਥੇ ਕੁੜੀ ਛੱਡ ਜਾਂਦੀ ਹੈ, ਮਹਿਬੂਬਾ ਛੱਡ ਜਾਂਦੀ ਹੈ, ਚੱਲ ਠੇਕੇ ਫੈਂਸੀ ਪੀ ਲਈ, ਉਹ ਕਰ ਲਿਆ, ਟੀਕੇ ਲਾ ਲਏ, ਹੁੰਦਾ ਹੀ ਆਮ ਜਵਾਨੀ ਚ, ਦਿਲ ਟੁੱਟ ਗਿਆ। ਤਾਂ ਉਸ ਮੁੰਡੇ ਨੂੰ ਉਹਦੀ ਗਰਲਫ੍ਰੈਂਡ ਡੰਪ ਕਰ ਗਈ ਮੋਟਾ ਕਹਿ ਕੇ, ਤੇ ਉਹ ਬਾਈ ਨੇ 70 ਕਿਲੋ weight ਹੀ ਘਟਾ ਦਿੱਤਾ। 70 ਕਿਲੋ। ਮਤਲਬ ਕਿ ਗੱਲ ਇਹ ਆ ਕਿ ਸ਼ਬਦ ਦੀ ਚੋਟ ਬੜੀ ਕਸੂਤੀ ਹੁੰਦੀ ਹੈ ਵਿਜੇ ਜੀ। ਸ਼ਬਦ ਚਾਹੇ ਸਾਹਿਤ ਦਾ ਹੈ, ਚਾਹੇ ਧਾਰਮਿਕ ਸ਼ਾਸਤਰਾਂ ਦਾ, ਚਾਹੇ ਕਿਸੇ ਮਿਹਣੇ ਦਾ, ਜੇ ਵੱਜ ਗਿਆ ਨਾ ਟਿਕਾਣੇ, ਕਈ ਵਾਰ ਬੰਦੇ ਨੂੰ ਰੁਲਾ ਵੀ ਦਿੰਦਾ ਤੇ ਕਈ ਵਾਰ ਬੰਦੇ ਨੂੰ ਬੰਦਾ ਬਣਾ ਵੀ ਦਿੰਦਾ। ਕਈ ਬੰਦੇ ਹੁੰਦੇ ਨੇ ਜੀ, ਜਦੋਂ ਕਈ ਕਹਿੰਦੇ ਨੇ ਵੀ ਜਦੋਂ ਵਿਖਰਦੇ ਨੇ ਤਾਂ ਹੋਰ ਵੀ ਨਿਖਰ ਜਾਂਦੇ ਨੇ। ਸੋ ਉਹ ਜਿਹੜਾ ਜਜ਼ਬਾ ਉਹ ਰੱਖਣਾ ਬੜਾ ਜ਼ਰੂਰੀ ਹੈ। ਮਿੰਟੂ ਜੀ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।